ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਏ। ਮੈਂ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਿਹਾ ਵੀ ਪਿਛਲੇ ਦਿਨ ਕੁਛ ਇੱਕ ਹਾਦਸੇ ਹੋਏ ਨੇ, ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਦੇਣੀ ਆ ਅਤੇ ਉਹਨਾਂ ਤੋਂ ਬਚਣ ਵਾਸਤੇ ਅਸੀਂ ਆਮ ਖਪਤਕਾਰਾਂ ਨੂੰ ਵੀ ਥੋੜ੍ਹਾ ਜਿਹਾ ਅਵੇਅਰ ਕਰਨਾ ਚਾਹੁੰਦੇ ਹਾਂ ਵੀ ਰੂਲ ਆਫ ਦਾ ਰੋਡ ਅਗਰ ਅਪਣਾਏ ਜਾਣ ਤਾਂ ਅਸੀਂ ਹਾਦਸਿਆਂ ਤੋਂ ਬਚਿਆ ਜਾਵੇ। ਮੇਰੀ ਇੱਕ ਮੋਰਲ ਡਿਊਟੀ ਆ ਕਿ ਜਿੱਥੇ ਵੀ ਗੈਸ ਚੱਲ ਰਹੀ ਆ ਉਹ ਠੀਕ ਜਾਨ ਮਾਲ ਦੀ ਸੁਰੱਖਿਅਤ ਰਵੇ ਕਿਉਂਕਿ ਜਦੋਂ ਕੋਈ ਹਾਦਸਾ ਹੁੰਦਾ ਆ ਅਤੇ 99% ਜਿਹੜਾ ਹੈ ਉਹ ਸਾਡੇ ਖਪਤਕਾਰ ਦੀ ਅਣਗਹਿਲੀ ਕਰਕੇ ਹੁੰਦਾ ਆ, ਕਿਉਂਕਿ ਅਸੀਂ ਮਾੜੀਆਂ ਰਬੜ ਟਿਊਬਾਂ ਯੂਜ ਕਰਦੇ ਹਾਂ, ਮਤਲਬ ਉਹਦੇ ਕਰਕੇ ਮੇਨ ਹੁੰਦੇ ਆ ਵੀ ਹਾਦਸੇ ਵੀ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਜਿਹੜੇ ਸਾਡੇ ਕੋਲ ਸੁਰੱਖਿਆ ਹੋਜ਼ ਨੇ ਉਹਦੀ 5 ਸਾਲ ਦੀ ਗਰੰਟੀ ਆ ਔਰ 5 ਸਾਲ ਉਹਨੂੰ ਨਾ ਤਾਂ ਚੂਹਾ ਟੁੱਕਦਾ ਔਰ ਨਾ ਉਹਨੂੰ ਧੁੱਪ ਦਾ ਅਸਰ ਆ, ਨਾ ਉਹਨੂੰ ਬਾਰਿਸ਼ ਦਾ ਅਸਰ ਆ। ਉਹ ਪਾਈਪ ਜਿੱਥੇ ਵੀ ਲੱਗੀ ਆ ਉੱਥੇ ਸੇਫ ਆ। ਫਿਰ ਦੂਸਰਾ ਆ ਵੀ ਮੈਂ ਇਹ ਗੱਲ ਕਹੂੰਗਾ ਵੀ ISI ਮਾਰਕ ਹੀ ਇਸਤੇਮਾਲ ਕੀਤਾ ਜਾਵੇ, ਚੁੱਲ੍ਹੇ ਵੀ, ਪਾਈਪ ਵੀ, ਲਾਈਟਰ ਵੀ, ਰੈਗੂਲੇਟਰ ਵੀ। ਅਗਰ HP ਦਾ ਕਨੈਕਸ਼ਨ ਹੈ ਅਤੇ HP ਦਾ ਰੈਗੂਲੇਟਰ ਜਿਹੜਾ ਉਹ ISI ਮਾਰਕ ਹੀ ਯੂਜ ਕੀਤਾ ਜਿਹੜਾ ਸਾਡੇ ਕੋਲ ਆ। ਅਸੀਂ ਕਰਦੇ ਹਾਂ ਵੀ ਅਸੀਂ ਉਹਨਾਂ 'ਤੇ ਜਿਹੜਾ ਅਦਰ ਕੰਪਨੀ ਦਾ ਯੂਜ ਕਰਦੇ ਹਾਂ, ਦੂਜੀਆਂ ਕਮਰਸ਼ੀਅਲ ਯੂਜ ਕਰ ਲੈਂਦੇ ਹਾਂ, ਕਿਉਂਕਿ ਇਹ ਰੈਗੂਲੇਟਰ ਜਿਹੜਾ ਆ ਇਹ ਬਿਲਕੁਲ ਮੀਨਜ਼ ਵੀ 370 ਗ੍ਰਾਮ 1 ਘੰਟੇ 'ਚ ਗੈਸ ਨਿਕਲਣੀ ਆ, ਬਿਲਕੁਲ ਲਾਈਟ ਔਰ ਉਹ ਕੰਟਰੋਲ ਹੋ ਜਾਂਦੀ ਹੈ। ਜਦੋਂ ਅਸੀਂ ਉੱਤੇ ਕਮਰਸ਼ੀਅਲ ਯੂਜ ਕਰ ਲੈਂਦੇ ਹਾਂ ਉਹਦੇ ਵਿੱਚੋਂ ਜ਼ਿਆਦਾ ਗੈਸ ਨਿਕਲਦੀ ਤਾਂ ਇਹਦੇ ਭੱਠੀ ਚਾਹੀਦੀ ਹੈ। ਜਦੋਂ ਅਸੀਂ ਚੁੱਲ੍ਹਿਆਂ 'ਤੇ ਯੂਜ ਕਰਾਂਗੇ ਤਾਂ ਉਦੋਂ ਵੀ ਹਾਦਸੇ ਹੋਣ ਦਾ ਖਤਰਾ ਆ। 99% ਜਿਹੜਾ ਆ ਉਹ ਅਸੀਂ ਅਣਗਹਿਲੀ ਵਰਤਦੇ ਹਾਂ ਤਦ ਹੁੰਦੇ ਆ। ਮੈਂ ਇਹ ਗੱਲ ਕਹੂੰਗਾ ਵੀ ਇੱਕ ਜਿਹੜੇ ਖਪਤਕਾਰ ਧਿਆਨ ਦੇਣ, ਮੇਰੇ ਬੰਦੇ ਜਦੋਂ ਜਾਂਦੇ ਆ PDC ਚੈੱਕ ਕਰਕੇ ਸਿਲੰਡਰ ਲੈਣ। PDC ਦਾ ਮਤਲਬ ਪ੍ਰੀ ਡਿਲੀਵਰੀ ਚੈੱਕ। ਉਹਦੇ ਵਿੱਚ ਕੀ ਆ ਵੀ ਸਾਡੇ ਬੰਦੇ ਕੋਲ ਕੰਡਾ ਹੁੰਦਾ ਆ, ਪਹਿਲੋਂ ਗੈਸ ਦਾ ਵਜ਼ਨ ਕਰਨ, ਉਸ ਤੋਂ ਬਾਅਦ ਉਹ ਖਪਤਕਾਰ ਦੇ ਸਾਹਮਣੇ ਸੀਲ ਤੋੜੀ ਜਾਊਗੀ, ਉਸ ਤੋਂ ਬਾਅਦ ਲੀਕੇਜ ਚੈੱਕ ਕਰਕੇ ਸਾਡਾ ਬੰਦਾ ਦਊਗਾ। ਇਹ 3 ਚੀਜ਼ਾਂ ਸਾਡਾ ਬੰਦਾ ਚੈੱਕ ਕਰਕੇ ਦੇ ਰਿਹਾ ਔਰ ਜਿਹੜਾ ਖਪਤਕਾਰ ਉਹ ਵੀ ਚੈੱਕ ਕਰਕੇ ਲਵੇ ਔਰ ਚੈੱਕ ਕਰਨ ਤੋਂ ਬਾਅਦ ਫਿਰ ਕੈਸ਼ ਮੈਮੋ 'ਤੇ ਸਾਈਨ ਕਰੇ। ਉਸ ਤੋਂ ਬਾਅਦ ਇਹ ਦੇਖਿਆ ਗਿਆ ਆ ਵੀ ਅਖਬਾਰਾਂ ਦੇ ਵਿੱਚ ਆਉਂਦਾ ਵੀ ਗੈਸ ਸਿਲੰਡਰ ਫਟ ਗਿਆ। ਗੈਸ ਸਿਲੰਡਰ ਆਪਣੇ ਆਪ ਨਹੀਂ ਫਟਦਾ। ਮੇਰੇ ਕੋਲ 800-900 ਸਿਲੰਡਰ ਮੇਰੇ ਗੋਦਾਮ 'ਚ ਪਿਆ ਆ। ਜੇ ਆਪਣੇ ਆਪ ਸਿਲੰਡਰ ਫਟੇ ਤਾਂ ਮੇਰਾ ਰੋਜ਼ ਕਿਸੇ ਨਾ ਕਿਸੇ ਦੀ ਵਾਰੀ ਆਈ ਹੋਵੇ। ਇਸ ਕਰਕੇ ਕੀ ਹੁੰਦਾ ਆ ਵੀ ਜਦੋਂ ਅਸੀਂ ਇਹਨੂੰ ਯੂਜ ਕਰਦੇ ਹਾਂ ਹਾਂਜੀ ਅਤੇ ਉਸ ਟਾਈਮ 'ਤੇ ਅਗਰ ਗੈਸ ਦੇ ਵਿੱਚੋਂ ਸਮੈਲ ਆਉਂਦੀ ਆ ਅਤੇ ਨਾਲ ਦੀ ਨਾਲ ਹੀ ਰੈਗੂਲੇਟਰ ਆਫ ਕਰ ਦਿਓ। 1.2 ਅਤੇ 1.5 ਇੱਕ ਪਾਈਪ ਆ ਜਿਹੜਾ ਕਿ ਨਾਲ ਦੀ ਨਾਲ ਹੀ ਉਹ ਬੰਦ ਹੋ ਸਕਦਾ ਰੈਗੂਲੇਟਰ। ਜਦੋਂ ਰੈਗੂਲੇਟਰ ਆਫ ਹੋ ਗਿਆ ਤਾਂ ਤੁਸੀਂ ਸੇਫ ਹੋ ਗਏ। ਅਗਰ ਜਿੰਨਾ ਚਿਰ ਤੱਕ ਸਮੈਲ ਆਉਂਦੀ ਆ ਉਹਨਾਂ ਚਿਰ ਤੱਕ ਤੁਸੀਂ ਕੋਈ ਵੀ ਸੁੱਚ ਔਨ ਆਫ ਨਹੀਂ ਕਰਨਾ। ਸਭ ਤੋਂ ਪਹਿਲਾਂ ਖਿੜਕੀਆਂ ਦਰਵਾਜ਼ੇ ਖੋਲ੍ਹ ਦਿਓ। ਉਸ ਤੋਂ ਬਾਅਦ ਇਹਦਾ ਸੇਫਟੀ ਕੈਪ ਲਾ ਕੇ ਇਹਨੂੰ ਓਪਨ ਜਗ੍ਹਾ 'ਤੇ ਸਿਲੰਡਰ ਨੂੰ ਰੱਖ ਦਿਓ ਤਾਂ ਕਿ ਇਹ ਸੁਰੱਖਿਅਤ। ਉਸ ਤੋਂ ਬਾਅਦ ਸਾਨੂੰ ਸੰਪਰਕ ਕਰੋ ਜਾਂ ਟੋਲ ਫਰੀ ਨੰਬਰ ਹੈਗਾ 1906 ਨੰਬਰ, ਉਹਦੇ ਤੋਂ ਸੰਪਰਕ ਕਰੋ ਅਤੇ ਉਸ ਤੋਂ ਬਾਅਦ ਸਾਡਾ ਆਦਮੀ ਜਾਊਗਾ, ਚੈੱਕ ਕਰੂਗਾ। ਮੇਰੇ ਇਹ ਗੱਲ ਆਉਂਦੀ ਆ ਵੀ ਸਿਲੰਡਰ ਜਿਹੜਾ ਫਟ ਗਿਆ ਉਹ ਸਿਲੰਡਰ ਆਪਣੇ ਆਪ ਫਟਦਾ ਨਹੀਂ ਗਾ, ਅਗਰ ਉਹ 'ਤੇ ਕੰਟਰੋਲ ਕੀਤਾ ਜਾਵੇ। ਵੀ ਕਈਆਂ ਆਦਮੀਆਂ ਨੇ ਲੰਮੀਆਂ ਪਾਈਪਾਂ ਪਾ ਕੇ ਬਾਹਰ ਸਿਲੰਡਰ ਰੱਖੇ ਪਏ ਨੇ ਔਰ ਉਹ ਸਿਲੰਡਰ ਜਿਹੜੇ ਨੇ ਅਨਸੇਫ ਨੇ। ਔਰ ਉਸ ਤੋਂ ਬਾਅਦ ਜੇਕਰ ਚੁੱਲ੍ਹੇ ਤੁਸੀਂ ਆਟੋ ਚਲਾਉਂਦੇ ਜੇ ਉਹ ਵੀ ਅਨਸੇਫ ਨੇ। ਔਰ ਕਈ ਵਾਰ ਆਟੋ ਅਗਨੀਸ਼ ਜਿਹੜਾ ਆ ਉਹ ਚੱਲਦਾ ਨਹੀਂ ਗਾ ਅਤੇ ਕਸਟਮਰ ਜਿਹੜਾ ਉੱਤੇ ਚੀਜ਼ ਰੱਖ ਕੇ ਅਤੇ ਬਾਅਦ ਦੂਜਾ ਕੰਮ ਕਰਨ ਲੱਗ ਪੈਂਦਾ, ਉੱਥੇ ਵੀ ਹਾਦਸਾ ਹੁੰਦਾ। ਡਰ ਆ ਜਦੋਂ ਦੁਬਾਰਾ ਜਾਊਗਾ ਤਾਂ ਪੂਰੇ ਕਮਰੇ ਵਿੱਚ ਅੱਗ ਹੀ ਅੱਗ ਆ। ਔਰ ਜਦੋਂ ਉਹ ਦੁਬਾਰਾ ਆਟੋ ਅਗਨੀਸ਼ਨ ਚਲਾਊਗਾ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਪੂਰੇ ਕਮਰੇ 'ਚ ਅੱਗ ਫੈਲ ਜਾਂਦੀ ਹੈ ਔਰ ਜਿਹੜਾ ਕੋਈ ਔਰਤ ਆ ਜਾਂ ਕੰਮ ਕਰਨ ਵਾਲਾ ਆ ਰਸੋਈ ਦੇ ਵਿੱਚ ਉਹ ਬਾਹਰ ਨਹੀਂ ਨਿਕਲ ਸਕਦਾ। ਇਸ ਕਰਕੇ ਮੇਰੀ ਇੱਕ ਇਹ ਸਾਰਿਆਂ ਨੂੰ ਗਾਹਕਾਂ ਨੂੰ ਇੱਕ ਬੇਨਤੀ ਆ ਵੀ ਇੱਕ ਸਾਡੀ ਮੋਨਿਟਰੀ ਇੰਸਪੈਕਸ਼ਨ ਆ। ਅਸੀਂ ਪਹਿਲੋਂ ਹਰ 2 ਸਾਲ ਬਾਅਦ ਕਰਦੇ ਸੀ ਔਰ ਪਾਈਪਾਂ ਚੇਂਜ ਕਰਦੇ ਸੀ। ਹੁਣ 5 ਸਾਲ ਬਾਅਦ ਮੋਨਿਟਰੀ ਇੰਸਪੈਕਸ਼ਨ ਆ। ਘਰ ਘਰ ਸਾਡੇ ਬੰਦੇ ਜਾ ਰਹੇ ਨੇ। ਉਹਦੀ 236 ਰੁਪਏ ਫੀਸ ਆ, 36 ਰੁਪਏ GST ਆ, 200 ਰੁਪਏ ਕੰਪਨੀ ਦਾ ਆ। ਅਗਰ ਉਹ ਹਰ ਕਸਟਮਰ ਕਰਾਊਗਾ ਉਹਦੀਆਂ 3 ਫੋਟੋ ਵੀ ਨਿਕਲਣੀਆਂ ਨੇ ਆ, ਉਹਦੀਆਂ ਪਾਈਪ ਦੀ, ਲਾਈਟਰ ਦੀ ਰਹਿੰਦੀ ਹੈ, ਹਰ ਚੀਜ਼ ਚੈੱਕ ਕਰਦੇ ਹੋ। ਉਸ ਤੋਂ ਬਾਅਦ 190 ਰੁਪਏ ਦੀ ਪਾਈਪ ਆ, ਜਿਸ ਦੇ 5 ਸਾਲ ਹੋ ਗਏ ਨੇ ਉਹਨਾਂ ਨੇ 190 ਰੁਪਏ ਦੇ ਕੇ ਪਾਈਪ ਚੇਂਜ ਕਰਾ ਲੈਣ। ਦੋਵਾਂ ਚੀਜ਼ਾਂ ਦੇ ਬਿੱਲ ਲੈਣ
ਔਰ ਉਹਦਾ ਰਿਕਾਰਡ ਅਸੀਂ ਸਾਡੇ ਕੰਪਿਊਟਰ ਦੇ ਵਿੱਚ ਅੱਜ ਕੱਲ੍ਹ ਹੈ ਆ, ਅਸੀਂ ਬਕਾਇਦਾ ਤੌਰ 'ਤੇ ਉਹਦਾ ਮੇਨਟੇਨ ਕਰਦੇ ਹਾਂ, ਕਾਪੀ ਦੇ ਉੱਤੇ ਐਂਟਰੀ ਕਰਾਉਣ। ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਕਹੂੰਗਾ ਭਈ ਖਾਣਾ ਬਣਾਉਣ ਦੇ ਸਮੇਂ ਕੋਈ ਵੀ ਲੇਡੀਜ਼ ਚੁੱਲ੍ਹੇ ਦੇ ਕੋਲ ਰਵੇ। ਆਮ ਘਰਾਂ ਦੇ ਵਿੱਚ ਇਹ ਪਾਇਆ ਗਿਆ ਆ ਵੀ ਅਸੀਂ ਚੁੱਲ੍ਹਾ ਬਾਲ ਕੇ ਪਾਸੇ ਚਲ ਜਾਂਦੇ ਹਾਂ, ਹਰ ਚੀਜ਼ ਉਬਲਦੀ ਹੈ ਔਰ ਉਬਾਲਾ ਆਉਣ ਨਾਲ ਉਹ ਸਾਰੀ ਚੀਜ਼ ਬਰਨਲ 'ਤੇ ਪੈਂਦੀ ਆ, ਅੱਗ ਬੁੱਝ ਜਾਂਦੀ ਹੈ ਤੇ ਪਰ ਗੈਸ ਆਉਂਦੀ ਰਹਿੰਦੀ ਹੈ। ਔਰ ਦੁਬਾਰਾ ਜਦੋਂ ਜਾਂਦੇ ਆ ਇਹ ਨਹੀਂ ਵੇਖਦੇ ਵੀ ਅਸੀਂ ਪਹਿਲਾਂ ਇਹਨੂੰ ਆਫ ਕਰੀਏ ਤੇ ਦਰਵਾਜ਼ੇ ਇਸ ਤਰ੍ਹਾਂ ਖੋਲ੍ਹੀਏ ਤੇ ਉਹਦੀ ਸਮੈਲ ਖਤਮ ਕਰੀਏ ਤੇ ਫਿਰ ਅਸੀਂ ਅੱਗ ਬਾਲੀਏ। ਉਹ ਜਦੋਂ ਜਾ ਕੇ ਦੁਬਾਰਾ ਕੋਈ ਅੱਗ ਲਾਉਂਦੇ ਆ, ਲਾਈਟਰ ਬਾਲਦੇ ਆ, ਤਾਂ ਪੂਰੀ ਅੱਗ ਹੀ ਅੱਗ ਫੈਲੀ ਹੁੰਦੀ ਹੈ ਪੂਰੇ ਕਮਰੇ ਦੇ ਵਿੱਚ, ਪੂਰੀ ਰਸੋਈ ਦੇ ਵਿੱਚ। ਉਸ ਤੋਂ ਵੀ ਬਚਿਆ ਜਾਵੇ। ਉਸ ਤੋਂ ਬਾਅਦ ਰਸੋਈ ਦੇ ਵਿੱਚ ਕੋਈ ਵੀ ਜਲਨਸ਼ੀਲ ਨਾ ਰੱਖੀ ਜਾਵੇ। ਜਦ ਕਿ ਫਰਿੱਜ ਰੱਖਦੇ ਆਪਾਂ, ਕੋਈ ਮੋਮਬੱਤੀ ਰੱਖਦੇ ਆ, ਕਈ ਧੂਫ ਬੱਤੀ ਕਰਦੇ ਨੇ, ਕਈ ਮਿੱਟੀ ਦਾ ਤੇਲ ਰੱਖਦੇ ਆ, ਕੋਈ ਲੱਕੜ ਰੱਖਦੇ ਆ। ਉਹ ਰਸੋਈ ਦੇ ਵਿੱਚ ਇਹੋ ਜਿਹੀ ਜਲਨਸ਼ੀਲ ਕੋਈ ਵੀ ਨਾ ਰੱਖੀ ਜਾਵੇ, ਉਹਦੇ ਨਾਲ ਵੀ ਹਾਦਸਾ ਹੋਣ ਦਾ ਡਰ ਰਹਿੰਦਾ। ਅਤੇ ਮੈਂ ਲਾਸਟ ਦੇ ਵਿੱਚ ਇਹ ਗੱਲ ਕਹੂੰਗਾ ਵੀ ਕੁਛ ਪ੍ਰੈਸ ਵਾਲੇ ਦਸੂਹਾ ਗੈਸ ਏਜੰਸੀ ਦਾ ਨਾਮ ਬਦਨਾਮ ਕਰਨ ਵਾਸਤੇ ਸਿਲੰਡਰ ਫਟ ਗਿਆ ਜੀ, ਅਤੇ ਸਿਲੰਡਰ ਨਹੀਂ ਫਟਿਆ ਹੁੰਦਾ, ਉਹ ਸੱਚਾਈ ਤੋਂ ਕੋਹਾਂ ਦੂਰ ਹੁੰਦਾ। ਉਹ ਅਖਬਾਰ ਦੀ ਹੈਡਿੰਗ ਦੇ ਵਿੱਚ ਜਿਹੜਾ ਸਿਲੰਡਰ ਦਾ ਨਾਂ ਲੈਂਦੇ ਆ, ਅਤੇ ਜਦ ਕਿ ਇਹ ਚੀਜ਼ ਹੁੰਦੀ ਨਹੀਂ ਗੀ, ਵਾਪਰਦੀ ਨਹੀਂ ਗੀ। ਉਹਦੇ ਨਾਲ ਗੈਸ ਏਜੰਸੀ ਦਾ ਨਾਮ ਬਦਨਾਮ ਹੁੰਦਾ ਅਤੇ ਮੇਰੇ ਮਨ ਨੂੰ ਠੇਸ ਪਹੁੰਚਦੀ ਹੈ। ਮੈਂ ਇਹ ਗੱਲ ਤੁਹਾਡੇ ਪ੍ਰੈਸ ਦੇ ਥਰੂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਮੇਰਾ ਵਰਜਨ ਲੈ ਕੇ ਫਿਰ ਹੀ ਪ੍ਰੈਸ ਨੂੰ ਦਿੱਤਾ ਜਾਵੇ, ਪ੍ਰੈਸ ਨੂੰ ਭੇਜਿਆ ਜਾਵੇ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਈ ਕੁਛ ਕਰਦੀਆਂ, ਕਿਉਂਕਿ ਜਾਨ ਮਾਲ ਦੀ ਸੁਰੱਖਿਆ ਮੇਰੀ ਮੋਰਲ ਡਿਊਟੀ ਹੈ। ਲੇਕਿਨ ਜਦੋਂ ਕੋਈ ਇਸ ਤਰ੍ਹਾਂ ਚੀਜ਼ ਵਾਪਰਦੀ ਆ ਅਤੇ ਉਹ ਕੁਛ ਨਾ ਕੁਛ ਅਣਗਹਿਲੀਆਂ ਹੁੰਦੀਆਂ ਨੇ ਅਤੇ ਉਹ ਵਾਪਰਦੀਆਂ ਨੇ। ਅਤੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਗੇ ਵਾਸਤੇ ਜਦੋਂ ਇਹ ਹਾਦਸਾ ਹੋਇਆ ਆ, ਕੁਛ ਪ੍ਰੈਸ ਵਾਲਿਆਂ ਨੇ ਆਪਣੀ ਮਰਜ਼ੀ ਨਾਲ ਉਹ ਚੀਜ਼ਾਂ ਲਿਖੀਆਂ ਗਈਆਂ ਨੇ ਜਿਹੜੀਆਂ ਕਿ ਮੇਰੇ ਮਨ ਨੂੰ ਠੇਸ ਪਹੁੰਚ ਰਹੀਆਂ ਨੇ। ਜਦ ਕਿ ਉੱਥੇ ਮੈਂ ਗਿਆ ਹਾਂ ਅਤੇ ਉਹ ਪਾਈਪ ਜਿਹੜੀ ਆ ਸੜੀ ਪਈ ਪੂਰੀ, ਜਦ ਕਿ ਇਹ ਪਾਈਪ ਨੂੰ ਛੇਤੀ ਅੱਗ ਹੀ ਨਹੀਂ ਲੱਗਦੀ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਪਾਈਪ ਦੇ ਉੱਤੇ ਅੱਗ ਲਾ ਕੇ ਵਿਖਾਉਣਾ ਕਿ ਕਿੰਨਾ ਚਿਰ ਬਾਅਦ ਇਹ ਅੱਗ ਲੱਗੂਗੀ। ਉਹ ਪਾਈਪ ਡੁਪਲੀਕੇਟ ਸੀ ਔਰ ਉਸ ਤੋਂ ਬਾਅਦ ਜਿਹੜਾ ਰੈਗੂਲੇਟਰ ਸੀ ਉਹ ਕਮਰਸ਼ੀਅਲ ਸੀ ਔਰ ਉਹਦੇ ਵਿੱਚ ਗੈਸ ਜਿਹੜੀ ਉਹ ਜ਼ਿਆਦਾ ਨਿਕਲੀ ਗਈ ਅਤੇ ਉਹਦੇ ਨਾਲ ਜਿਹੜਾ ਉਹ ਨੁਕਸਾਨ ਹੋਇਆ। ਅਤੇ ਮੈਨੂੰ ਇਹ ਦੁੱਖ ਆ ਕਿ ਸਾਡੇ ਪਰਿਵਾਰ ਦੇ 2 ਜ਼ਿੰਦਗੀਆਂ ਚਲੇ ਗਈਆਂ ਨੇ। ਇਹਦਾ ਮੈਨੂੰ ਇਸ ਕਰਕੇ ਬਹੁਤ ਮਤਲਬ ਵੀ ਦੁੱਖ ਆ ਵੀ ਇੱਕ ਮੇਰੇ ਪਰਿਵਾਰ ਦਾ ਜਿਹੜਾ ਉਹ, ਕਿਉਂਕਿ ਗੈਸ ਜਿੱਥੇ ਵੀ ਬਲਦੀ ਆ ਉਹ ਮੇਰੇ ਪਰਿਵਾਰ ਦੇ ਮੈਂਬਰ ਨੇ ਅਤੇ ਮੈਨੂੰ ਇਹ ਦੁੱਖ ਆ। ਅਤੇ ਮੈਂ ਇਹ ਚਾਹੁੰਦਾ ਵੀ ਭਵਿੱਖ ਦੇ ਵਿੱਚ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਸਾਡੇ ਖਪਤਕਾਰ ਦਾ ਘਰ ਇਸ ਤਰ੍ਹਾਂ ਦੀ ਮਿਸਹੈਪਨਿੰਗ ਨਾ ਹੋਵੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਕਸ਼ਟ ਦਿੱਤਾ ਆ ਵੀ ਤੁਸੀਂ ਇਹ ਲੋਕਾਂ ਨੂੰ ਅਵੇਅਰਨੈਸ ਕਰੋ, ਇਹ ਅਗਾਹ ਕਰੋ ਵੀ ਲੋਕ ਇਹਨਾਂ ਹਾਦਸਿਆਂ ਤੋਂ ਬਚਣ, ਇਹੋ ਜਿਹੀ ਘਟਨਾ ਨਾ ਵਾਪਰੇ। ਜਦੋਂ ਵੀ ਸਿਲੰਡਰ ਇਸਤੇਮਾਲ 'ਚ ਆਉਂਦਾ ਆ ਉਦੋਂ ਹੀ ਰੈਗੂਲੇਟਰ ਨੂੰ ਔਨ ਕੀਤਾ ਜਾਵੇ, ਨਹੀਂ ਤਾਂ ਆਫ ਰੱਖਿਆ ਜਾਵੇ। ਧੰਨਵਾਦ। ਸਰ, ਕੋਈ ਅਕਸਰ ਹਾਦਸਿਆਂ ਤੋਂ ਬਾਅਦ ਹੀ ਜੇਕਰ ਦੇਖਿਆ ਜਾਂਦਾ ਕਿ ਇਸ ਤਰ੍ਹਾਂ ਨਾਲ ਕੀਤਾ ਜਾਂਦਾ, ਕੋਈ ਪ੍ਰਚਾਰ ਜਾਂ ਕੋਈ ਜਾਗਰੂਕ ਕੈਂਪ ਲਾਇਆ ਜਾਂਦਾ ਤੁਹਾਡੇ ਕੋਲ? ਪੱਕਾ ਜੀ, ਮੇਰੇ ਕੋਲ ਹਜ਼ਾਰਾਂ ਫੋਟੋਆਂ ਤੁਹਾਨੂੰ ਦਿਖਾ ਦਿੰਦਾ ਮੈਂ, ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ। ਅਤੇ ਜਦੋਂ ਮੈਂ ਇੱਥੇ ਕਨੈਕਸ਼ਨ ਦਿੰਦਾ ਆ, ਪਿੱਛੇ ਕਨੈਕਸ਼ਨ ਵੰਡੇ ਸੀ ਪ੍ਰਧਾਨ ਯੋਜਨਾ ਦੇ ਵਿੱਚ 10-10, 15-15 ਲੇਡੀ ਨੂੰ ਮੈਂ ਇਕੱਠਾ ਇੱਥੇ ਲੈਕਚਰ ਦਿੱਤੇ ਨੇ, 15-15 ਮਿੰਟ, ਅੱਧਾ ਘੰਟਾ ਸੁਰੱਖਿਆ ਪ੍ਰਤੀ ਮੈਂ ਇਹ ਕੰਮ ਕੀਤਾ ਹੈ। ਜਿਵੇਂ ਗੱਲ ਕੀਤੀ ਤੁਸੀਂ ਕਿ ਜਿਹੜੀਆਂ ਪਾਈਪਾਂ ਆ ਉਹ ਨਕਲੀ ਮਿਲਦੀਆਂ ਹੈ, ਕਿ ਕੋਈ ਇਹਦੇ ਉੱਤੇ ਵੀ ਕਾਰਵਾਈ ਵੀ ਕੋਈ ਹੁੰਦੀ ਹੈ ਜਾਂ? ਕਾਰਵਾਈ ਇਸ ਤਰ੍ਹਾਂ ਜੀ ਭਾਜੀ ਵੀ ਕੋਈ ਵੀ ਆਦਮੀ ਆਪੋ ਆਪਣੀ ਸੋਚਣਾ ਚੱਲਦਾ ਆ। ਉਹ ਸਸਤੀਆਂ ਚੀਜ਼ਾਂ ਨੂੰ ਹਰ ਬੰਦਾ ਪੈਂਦਾ, ਸਸਤਾ ਰੋਵੇ ਬਾਰ-ਬਾਰ ਅਤੇ ਮਹਿੰਗਾ ਰੋਵੇ ਇੱਕ ਵਾਰ। ਇਹ 190 ਰੁਪਏ ਦੀ ਪਾਈਪ ਆ, ਉਹ 40-50 ਰੁਪਏ ਦੀ ਪਾਈਪ ਲੈ ਕੇ ਲਾ ਰਹਿੰਦੇ ਆ। ਅਤੇ ਉਹਦੇ ਨਾਲ ਤਕਰੀਬਨ ਕਿਹਾ ਵੀ ਜਾਂਦਾ ਕਿ ਜਿਹੜੇ ਆ ਗੈਸ ਏਜੰਸੀਆਂ ਉਹ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਆ। ਹਾਂਜੀ। ਲਾਸਟ ਟਾਈਮ ਤੁਹਾਡੀ ਕਦੋਂ ਚੈਕਿੰਗ ਹੋਈ ਸੀ? ਲਾਸਟ ਟਾਈਮ ਇਸ ਤਰ੍ਹਾਂ ਹੋਏ ਵੀ 3 ਸਾਲ ਕੋਵਿਡ ਦਾ ਚੱਲਿਆ ਰਿਹਾ ਕੰਮ, ਘਰ ਜਾਣ ਦੇ ਆਰਡਰ ਨਹੀਂ ਸੀ। ਅਸੀਂ ਪਿੱਛੇ ਸਪਲਾਈ ਜਿਹੜੀ ਆ ਉਹ ਗੇਟ 'ਤੇ ਦਿੰਦੇ ਸੀ ਅਤੇ ਅੰਦਰ ਨਹੀਂ ਸੀ ਜਾਣ ਦਾ ਹੁਕਮ। ਹੁਣ ਸਾਡੇ ਜਿਹੜੇ ਆ ਤਕਰੀਬਨ 1 ਮਹੀਨੇ ਤੋਂ ਪਿਛਲੇ ਤੋਂ ਅਸੀਂ ਸਪਲਾਈ ਆਪਣੇ ਘਰ ਮੋਨਿਟਰੀ ਇੰਸਪੈਕਸ਼ਨ ਜਾ ਰਹੇ ਹਾਂ ਅਤੇ ਸਾਨੂੰ ਦਿੱਕਤਾਂ ਆ ਰਹੀਆਂ ਨੇ। ਕੁਛ ਲੋਕ ਮੋਨਿਟਰੀ ਇੰਸਪੈਕਸ਼ਨ ਨਹੀਂ ਕਰਾ ਰਹੇ ਅਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਤੁਹਾਡੇ ਥਰੂ ਕਿ ਉਹ ਮੋਨਿਟਰੀ ਇੰਸਪੈਕਸ਼ਨ ਜ਼ਰੂਰ ਕਰਾਉਣ, ਨਹੀਂ ਤਾਂ ਸਪਲਾਈ ਦੇਣੀ ਮੈਨੂੰ ਮੁਸ਼ਕਿਲ ਹੋ ਜਾਊਗੀ। ਉਹਨਾਂ ਨੂੰ ਸਪਲਾਈ ਲੈਣੀ ਮੁਸ਼ਕਿਲ ਹੋ ਜਾਊਗੀ, ਮੈਨੂੰ ਸਪਲਾਈ ਦੇਣੀ ਮੁਸ਼ਕਿਲ ਹੋਊਗੀ। ਜੇਕਰ ਕੋਈ ਮਨਾ ਕਰਦਾ ਆ ਅਤੇ ਜੇਕਰ ਕੋਈ ਚੈਕਿੰਗ ਕਰਨਾ ਚਾਹੁੰਦੇ ਆ, ਜੇ ਕੋਈ ਮਨਾ ਵੀ ਕਰਦਾ ਆ ਅਤੇ ਕਿ ਕੋਈ ਹੈ ਮਤਲਬ ਜੇਕਰ ਕੋਈ ਕੱਲ੍ਹ ਨੂੰ ਐਕਸੀਡੈਂਟ ਹੋ ਜਾਵੇ ਇਸੇ ਤਰ੍ਹਾਂ ਦਾ ਜੋ ਮੰਦਭਾਗਾ ਐਕਸੀਡੈਂਟ ਸਾਡੇ ਪਹਿਲਾਂ ਹੋਇਆ,
ਜੇਕਰ ਦੁਬਾਰਾ ਇੱਦਾਂ ਦਾ ਕੋਈ ਜਦੋਂ ਡਾਕਟਰ ਕਹਿੰਦੇ ਨਾ ਐਕਸੀਡੈਂਟ ਹੋਵੇ, ਜੇਕਰ ਦੁਬਾਰਾ ਇਸ ਤਰ੍ਹਾਂ ਦਾ ਐਕਸੀਡੈਂਟ ਹੋਵੇ, ਕੀ ਕੋਈ ਏਜੰਸੀ ਵੱਲੋਂ ਕੋਈ ਉਹਨਾਂ ਨੂੰ ਮਿਲਦਾ ਆ, ਕੋਈ ਬੀਮਾ ਮਿਲਦਾ ਉਹਨਾਂ ਨੂੰ? ਬੀਮਾ ਅਗਰ ਟਰਮ ਐਂਡ ਕੰਡੀਸ਼ਨ ਜਿਹੜੇ ਅਸੀਂ ਸਿਧਾਂਤ ਅਪਣਾਉਣੇ ਆ, ਜਿਹੜੇ ਦੱਸਦੇ ਅਸੀਂ, ਅਗਰ ਉਹ ਪੂਰੇ ਕੀਤੇ ਜਾਂਦੇ ਆ ਤੇ ਅਸੀਂ ਉਹ ਜਿਹੜਾ ਕਿ ਉਹ ਕਲੇਮ ਆ ਉਹ ਸਾਡੀ ਇੰਸ਼ੋਰੈਂਸ ਕੰਪਨੀਆਂ ਦੇਣਾ ਆ। ਇੰਸ਼ੋਰੈਂਸ ਕੰਪਨੀ ਦੀਆਂ ਕੋਈ ਟਰਮ ਐਂਡ ਕੰਡੀਸ਼ਨਾਂ ਨੇ ਉਹ ਪੂਰੀਆਂ ਕਰਨਗੇ ਤੇ ਉਹਨਾਂ ਨੂੰ ਕਲੇਮ ਦਿੱਤਾ ਜਾਊਗਾ। ਮੈਂ ਤਾਂ ਕਸਟਮਰ ਨੂੰ ਇੰਸ਼ੋਰੈਂਸ ਕੀਤਾ ਪਿਆ, ਸਾਡੀ ਕੰਪਨੀ ਨੇ ਕਸਟਮਰ ਨੂੰ ਇੰਸ਼ੋਰ ਕੀਤਾ ਪਿਆ ਤੇ ਉਹ ਉਸ ਤੋਂ ਬਾਅਦ ਇਹ ਕੀ ਹੁੰਦਾ ਵੀ ਵਕੀਲਾਂ ਦੇ ਥਰੂ, ਉਸ ਤੋਂ ਬਾਅਦ ਕੋਰਟ ਦੇ ਥਰੂ ਉਹ ਚੀਜ਼ਾਂ ਮਿਲਦੀਆਂ ਨੇ। ਲਾਸਟ ਟਾਈਮ ਤੁਸੀਂ ਦੱਸਿਆ ਕਿ 3 ਸਾਲ ਹੋ ਗਏ ਆ ਜਿਹੜੀ ਕੋਈ ਨਹੀਂ ਕਰਾਈ। ਹੁਣ ਇਹਦੇ ਵਿੱਚ ਕੋਈ ਘਟਨਾ ਹੁੰਦੀ ਤੇ ਜ਼ਿੰਮੇਵਾਰ ਦੇਖੋ ਜ਼ਿੰਮੇਵਾਰ ਦੀ ਇਹ ਆ ਵੀ ਹੁਣ ਸਾਡੇ ਬੰਦੇ ਜਾ ਰਹੇ ਆ, ਇਹ ਚੀਜ਼ਾਂ ਜਿਹੜੀਆਂ ਕੁਛ ਜਿਹੜੀਆਂ ਹੁੰਦੀਆਂ ਬੇਵੱਸ ਹੁੰਦੇ ਬੰਦੇ। ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੰਦੇ ਨਹੀਂ ਕਰਾ ਰਹੇ, ਅੱਜ ਵੀ ਨਹੀਂ ਕਰਾ ਰਹੇ, ਕੋਈ 5 ਸਾਲਾਂ ਬਾਅਦ ਜਾ ਰਹੇ ਆ ਤੇ 5 ਸਾਲਾਂ ਬਾਅਦ ਵੀ ਨਹੀਂ ਕਰਾ ਰਹੇ। ਔਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਕੋਲ ਟੈਲੀਫੋਨ ਤੇ ਗੱਲ ਕਰਾ ਦਿਓ। ਟੈਲੀਫੋਨ ਤੇ ਗੱਲ ਕਰਦੇ ਕੁਛ ਬੰਦੇ ਤਾਂ ਜ਼ਿਆਦਾ ਮੰਨ ਜਾਂਦੇ ਆ, ਲੇਕਿਨ ਕੁਛ ਬੰਦੇ ਨਹੀਂ ਮੰਨਦੇ ਤੇ ਮੈਂ ਉਹਨਾਂ ਦਾ ਕੀ ਕੀਤਾ, ਮੁੰਡਿਆਂ ਨੂੰ ਕਿਹਾ ਤਾਂ ਵੀ ਅਨਸੇਫ ਕਨੈਕਸ਼ਨ ਉੱਥੇ ਕਾਪੀ ਤੇ ਲਿਖ ਦਿਓ, ਸਾਡੇ ਕੰਪਿਊਟਰ ਜਾਣ ਕੇ ਲਿਖ ਦਿਓ ਵੀ ਅਨਸੇਫ ਕਨੈਕਸ਼ਨ ਆ। ਜੇਕਰ ਅਨਸੇਫ ਕਨੈਕਸ਼ਨ ਕਰ ਦਿੱਤਾ ਜਾਂਦਾ ਤਾਂ ਅੱਗੇ ਕੋਈ ਵਿੱਚ ਕੀ ਉਹਨਾਂ ਦੇ ਉੱਤੇ ਅਸਰ ਪਊਗਾ? ਇਸ ਤਰ੍ਹਾਂ ਵੀ ਉਹਦੀ ਜਦੋਂ ਬੁਕਿੰਗ ਹੋਊਗੀ ਉਹਨੂੰ ਪ੍ਰੋਬਲਮ ਆਊਗੀ, ਉਹ ਬੁਕਿੰਗ ਨਹੀਂ ਛੇਤੀ ਹੋਣੀ ਜਿੰਨਾ ਚਿਰ ਇਨਸਪੈਕਸ਼ਨ ਹੀ ਕਰਾ ਲੈਂਦਾ। ਘਰੇਲੂ ਗੈਸ ਸਿਲੰਡਰ ਜਿਹੜਾ ਹੈਗਾ ਹਾਂ ਕਮਰਸ਼ੀਅਲ ਚ ਯੂਜ਼ ਹੋ ਰਿਹਾ, ਹਾਂਜੀ, ਇਹਦੇ ਤੁਸੀਂ ਕੀ ਕਰਾਂਗੇ? ਉਹਦੇ ਵਿੱਚ ਮੇਰੇ ਕੀ ਆ ਵੀ ਇਹ ਇੱਕ ਕੋਈ ਮਹਿਕਮਾ ਆ, ਫੂਡ ਸਪਲਾਈ ਆ, ਉਸ ਤੋਂ ਬਾਅਦ ਸਾਡੇ ਕੰਪਨੀ ਦੇ ਆ, ਉਸ ਤੋਂ ਬਾਅਦ ਪੁਲਿਸ ਆ, ਇਹ 3 ਮਹਿਕਮੇ ਰਲ ਕੇ ਉਹ ਛਾਪਾ ਮਾਰਦੇ ਆ, ਉਹ ਪਕੜਦੇ ਆ। ਲੁਧਿਆਣੇ ਵਿੱਚ ਵੀ ਕਈਆਂ ਥਾਵਾਂ 'ਤੇ ਉਹਨਾਂ ਛਾਪੇ ਮਾਰੇ ਨੇ ਇਕੱਠੇ ਹੋ ਕੇ। ਇਹ ਅਲੱਗ-ਅਲੱਗ ਮਹਿਕਮੇ ਦਾ ਮੇਰੇ ਅਖਤਿਆਰ ਦੇ ਵਿੱਚ ਨਹੀਂ ਹੈ। ਮੈਂ ਤਾਂ ਮੇਰਾ ਕੰਟਰੋਲ ਇਹੋ ਹੀ ਆ ਵੀ ਮੈਂ ਆਪਣੇ ਬੰਦਿਆਂ ਨੂੰ ਕਿਹਾ ਵੀ ਕਿਸੇ ਨੂੰ ਵੀ ਜਿਹੜਾ ਸਿਲੰਡਰ ਆ ਉਹ ਦੁਕਾਨ 'ਤੇ ਨਹੀਂ ਦੇਣਾ, ਉਸ ਤੋਂ ਬਾਅਦ ਉਹਦੇ ਘਰ ਦੇਣਾ ਆ। ਮੈਂ ਆਪਣੇ ਬੰਦਿਆਂ ਨੂੰ ਮਤਲਬ ਇਹੋ ਕਿਹਾ ਵੀ ਕੋਈ ਵੀ ਸਿਲੰਡਰ ਜਿਹੜਾ ਬਗੈਰ ਬੁਕਿੰਗ ਤੋਂ, ਬਗੈਰ ਕਾਪੀ ਦੀ ਐਂਟਰੀ ਤੋਂ ਸਿਲੰਡਰ ਨਾ ਦਿੱਤਾ ਜਾਵੇ, ਕਮਰਸ਼ੀਅਲ ਦੂਜਾ ਘਰੇਲੂ। ਹੋਰ ਜੀ।